10वीं क्लास के बहुत ही प्यारे बच्चों, अज आप साइंस विषय का जोड़ा 12वां पाठ है बिजली, उस दे विचों आपां प्रतिरोधकां जिहड़े आपां इस तो पहला पढ़ चुके हैं। प्रतिरोधकां दे सिस्टम का प्रतिरोध इस टॉपिक नूं आपां कवर करांगे। भाव बिजलई सर्किट दे विच प्रतिरोधां नूं किस सिस्टम दे नाल वरतिया जाता है। मुख रूप विच अपने कोल उसके दो सिस्टम हैं। एक सिस्टम जिहड़ा आपां नूं कहंदा है कि जदों प्रतिरोधक लड़ीबद्ध हुंदे आ ते दूसरा सिस्टम जिहड़ा है जदों प्रतिरोधक जिहड़े आ वो समांतर हुंदे हन। इन्हां दोनों की आपां जांच करांगे। जांच करन तो बाद आपां नतीजा कढांगे कि किहड़ा सिस्टम जिहड़ा हैगा अपने बिजलई सर्किट दे विच इन्हां विचों सूटेबल हैगा, मतलब उपयोगी हैगा, जिस नाल कि अपने जिहड़े घरेलू बिजली सप्लाई है या जिहड़ी फैक्ट्रियां की बिजली सप्लाई हैगी आ वो सही ढंग नाल चले। तो सब तो पहला आपां लड़ीबद्ध प्रतिरोधक करांगे। उस दे लई आपां नूं एक सर्किट डायग्राम बनानी पवेगी। लड़ीबद्ध प्रतिरोधक सिस्टम। इस दे लई आपां नूं तीन तां प्रतिरोध चाहिए, फिर आपां नूं इस विच वोल्टमीटर चाहिए, फिर एमीटर चाहिए, 4 आपां नूं सैल चाहिए है ते एक कुंजी। तो उहदा जिहड़ा आपां सर्किट बनावांगे ये तीन अपने को स्थिर प्रतिरोध है, जिन्होंने आप नाम दे देंगे R1, R2 ते R3। R ही संकेत क्यों दिता है? R का भाव है प्रतिरोध, या जिन्होंने इंग्लिश आप रजिस्टेंस कहने। इन्हां तिन्नां प्रतिरोधां नूं आपां काहदे नाल जोड़ना है? वोल्टमीटर के नाल। उस तो बाद आपां इस दे विच इधरले पासे एमीटर, फिर इस विच आ गई अपने कोले 4 सैल, मतलब 4 सैलों की आपां जिहड़ी बैटरी है वो इस विच कनैक्ट करांगे। अगे अपने को कुंजी है, या जिन्हों आप प्लग या स्विच कह दें। फिर आपां इस नूं कनैक्ट कर देंगे इस कुंजी के नाल। हुण इहदे विच डायरैक्शन ऑफ करंट जिहड़ी हैगी है वो आपां दसांगे। इस विचों करंट आई वह रहा, पॉजिटिव तो
ਆਪਾਂ ਨੂੰ ਪਹਿਲਾਂ ਪਤਾ ਹੈ ਕਿ ਬਿਜਲਈ ਧਾਰਾ ਦੀ ਦਿਸ਼ਾ ਕਿਹੜੀ ਹੁੰਦੀ ਹੈ, ਪੋਜ਼ਿਟਿਵ ਆਇਨਾਂ ਦੀ ਜਿਹੜੀ ਉਹਨਾਂ ਦਾ ਵਹਾਅ ਹੈਗਾ ਉਹਦੀ ਦਿਸ਼ਾ। ਤਾਂ ਇੱਧਰ ਵੀ ਉਹੀ ਦਿਸ਼ਾ ਹੈ। ਤਾਂ ਹੁਣ ਇਹਦੇ 'ਚ ਆਪਾਂ ਪੋਜ਼ਿਟਿਵ ਤੇ ਨੈਗੇਟਿਵ ਚਾਰਜ ਵੀ ਮੈਂਸ਼ਨ ਕਰਾਂਗੇ। ਐਮੀਟਰ ਦਾ ਟਰਮੀਨਲ ਪੋਜ਼ਿਟਿਵ ਆ, ਨੈਗੇਟਿਵ ਹੈ। ਇਸੇ ਤਰ੍ਹਾਂ ਵੋਲਟਮੀਟਰ ਦਾ ਟਰਮੀਨਲ ਪੋਜ਼ਿਟਿਵ ਆ, ਨੈਗੇਟਿਵ ਹੈ। ਹੁਣ ਜਦੋਂ ਲੜੀਬੱਧ ਪ੍ਰਤੀਰੋਧਕ ਸਿਸਟਮ ਹੁੰਦਾ ਹੈ ਤਾਂ ਉਸ ਵੇਲੇ ਆਪਾਂ ਨੂੰ ਇੱਕ ਗੱਲ ਯਾਦ ਰੱਖਣੀ ਪਵੇਗੀ ਕਿ ਇਸ ਸਿਸਟਮ ਦੇ ਵਿੱਚ ਜਿਹੜਾ ਬੇਸ ਫਾਰਮੂਲਾ ਆਪਾਂ ਨੂੰ ਮੰਨਣਾ ਪਵੇਗਾ ਕਿ ਇਹਨਾਂ ਤਿੰਨਾਂ ਪ੍ਰਤੀਰੋਧਾਂ ਦਾ ਜਿਹੜਾ ਪੋਟੈਂਸ਼ੀਅਲ ਅੰਤਰ ਹੈ ਉਹ ਇਹਨਾਂ ਤਿੰਨਾਂ ਪ੍ਰਤੀਰੋਧਾਂ ਦੇ ਅਲੱਗ-ਅਲੱਗ ਪ੍ਰਤੀਰੋਧਾਂ ਦੇ ਆਪਸੀ ਜੋੜ ਦੇ ਬਰਾਬਰ ਹੋਵੇਗਾ। ਮਤਲਬ ਉਹ ਆਪਣਾ ਇੱਕ ਬੇਸ ਫਾਰਮੂਲਾ ਹੈ। ਜਦੋਂ ਪ੍ਰਤੀਰੋਧ ਲੜੀਬੱਧ ਦੇ ਵਿੱਚ ਹਨ, ਕਹਿਣ ਤੋਂ ਭਾਵ ਆਪਾਂ V ਬਰਾਬਰ V1 ਪਲੱਸ V2 ਪਲੱਸ V3 ਮੰਨਾਂਗੇ। ਇਸ ਨੂੰ ਮੰਨਦੇ ਹੋਏ ਆਪਾਂ ਅਗਲੀ ਆਪਣੀ ਸਾਰੀ ਕੈਲਕੂਲੇਸ਼ਨ ਕੱਢਣੀ ਹੈ। ਆਪਣਾ ਮਕਸਦ ਹੈ ਕਿ ਇਸ ਦਾ ਤੁਲ ਪ੍ਰਤੀਰੋਧ ਉਸ ਨੂੰ ਆਪਾਂ ਪਤਾ ਕਰਨਾ ਹੈ ਕਿੰਨਾ ਹੈ। ਤਾਂ ਓਮ ਦੇ ਨਿਯਮ ਦੇ ਅਨੁਸਾਰ V ਦਾ ਮੁੱਲ ਆਪਾਂ ਨੂੰ ਪਤਾ ਹੈ। ਓਮ ਦੇ ਨਿਯਮ ਅਨੁਸਾਰ V ਬਰਾਬਰ ਹੈ IR। ਹੁਣ ਜੇ ਆਪਾਂ V1 ਪਤਾ ਕਰਨਾ ਹੈ ਤਾਂ ਉਸ ਦਾ ਫਾਰਮੂਲਾ ਕੀ ਹੋਵੇਗਾ, V1 ਬਰਾਬਰ IR1, V2 ਬਰਾਬਰ ਹੋਵੇਗਾ IR2। ਕਿਉਂਕਿ ਕਰੰਟ ਸਾਰੇ ਵਿੱਚੋਂ ਕਾਮਨ ਲੰਘ ਰਿਹਾ, ਬਿਜਲਈ ਧਾਰਾ ਸਾਰੇ ਵਿੱਚੋਂ ਕਾਮਨ ਲੰਘ ਰਹੀ ਆ, ਉਹ ਨਹੀਂ ਵੰਡੀ ਗਈ। ਇਸ ਲਈ ਆਪਾਂ ਕਰੰਟ ਨੂੰ ਜਿਹੜਾ ਹੈਗਾ ਇਸ ਵਿੱਚ ਯੂਨੀਫਾਰਮ ਲੈ ਰਹੇ ਹਾਂ। V3 ਕਿਹਦੇ ਬਰਾਬਰ ਹੈ, IR3। ਹੁਣ ਆ ਆਪਣੀ ਬੇਸ ਇਕੁਏਸ਼ਨ ਹੈ। ਆ ਸਾਰੇ ਮੁੱਲ ਆਪਾਂ ਇਸ ਦੇ ਵਿੱਚ ਭਰਾਂਗੇ। ਉਪਰੋਕਤ V1 V2 ਤੇ V3 ਦੇ ਮੁੱਲ ਸਮੀਕਰਨ ਇੱਕ ਵਿੱਚ ਭਰੋ। ਸੋ ਅਜਿਹਾ ਕਰਨ ਤੇ ਆਪਣੇ ਕੋਲੇ ਕੀ ਹੋਵੇਗਾ, ਆਪਾਂ ਨੂੰ ਪਤਾ ਹੈ V ਬਰਾਬਰ ਹੈ V1 ਪਲੱਸ V2 ਪਲੱਸ V3। V ਕਿਹਦੇ ਬਰਾਬਰ ਸੀ, IR ਦੇ। V1 ਕਿਹਦੇ ਬਰਾਬਰ ਹੈ, IR1। V2 ਕਿਹਦੇ ਬਰਾਬਰ ਹੈ, IR2। V3 ਕਿਹਦੇ ਬਰਾਬਰ ਹੈ, IR3। ਹੁਣ ਇਹਦੇ ਵਿੱਚੋਂ ਆਪਾਂ ਕਰੰਟ ਜਿਹੜਾ ਹੈ ਉਹ ਕਾਮਨ ਲਵਾਂਗੇ। ਕਰੰਟ ਜਦੋਂ ਤਿੰਨਾਂ ਚੋਂ ਕਾਮਨ ਲਿਆ ਆਪਣੇ ਕੋਲ ਆ ਗਿਆ R1 ਪਲੱਸ R2 ਪਲੱਸ R3। I ਆਪਾਂ ਨੂੰ ਕੈਂਸਲ ਕਰਨਾ ਪਵੇਗਾ ਇੱਥੇ ਦੋਨੇ ਪਾਸੇ। ਤਾਂ ਆਪਣੇ ਕੋਲੇ ਜਿਹੜਾ ਤੁਲ ਪ੍ਰਤੀਰੋਧ ਆ ਗਿਆ R ਬਰਾਬਰ ਹੈ R1 ਪਲੱਸ R2 ਪਲੱਸ R3। ਤਾਂ ਜਦੋਂ ਲੜੀਬੱਧ ਪ੍ਰਤੀਰੋਧਕ ਸਿਸਟਮ ਹੁੰਦਾ ਹੈ ਤਾਂ ਜਿਹੜਾ ਤੁਲ ਪ੍ਰਤੀਰੋਧ ਹੈ ਉਹ ਕਿਸ ਦੇ ਬਰਾਬਰ ਹੁੰਦਾ ਹੈ, ਲੜੀ ਵਿੱਚ ਲੱਗੇ ਹੋਏ ਵੱਖ-ਵੱਖ ਪ੍ਰਤੀਰੋਧਾਂ ਦੇ ਆਪਸੀ ਜੋੜ ਦੇ ਬਰਾਬਰ। ਤਾਂ ਜਦੋਂ ਆਪਾਂ ਨੂੰ ਇਸ ਦੀ ਪਰਿਭਾਸ਼ਾ ਲਿਖਣੀ ਹੋਈ, ਇਹ ਉਸ ਦੀ ਕੈਲਕੂਲੇਸ਼ਨ ਹੈ, ਤਾਂ ਪਰਿਭਾਸ਼ਾ ਦੇ ਵਿੱਚ ਆਪਾਂ ਇਹ ਲਿਖਾਂਗੇ ਕਿ ਤਿੰਨਾਂ ਪ੍ਰਤੀਰੋਧਾਂ ਦਾ ਜਿਹੜਾ ਆਪਸੀ ਜੋੜ ਹੈ ਉਹ ਕਿਸ ਦੇ ਬਰਾਬਰ ਹੁੰਦਾ ਹੈ, ਤੁਲ ਪ੍ਰਤੀਰੋਧ ਦੇ। ਠੀਕ ਹੈ, ਮਤਲਬ ਸਾਰੇ ਪ੍ਰਤੀਰੋਧਕ ਜਦੋਂ ਲੜੀਬੱਧ ਜੋੜੇ ਜਾਂਦੇ ਹਨ ਤਾਂ ਇਹਨਾਂ ਦਾ ਕੁੱਲ ਪ੍ਰਤੀਰੋਧ ਤਿੰਨਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ।
ਅਤੇ ਇਸ ਪ੍ਰਕਾਰ ਸਾਰਿਆਂ ਦਾ ਪ੍ਰਤੀਰੋਧ ਕਿਸੇ ਵੀ ਇਕੱਲੇ ਪ੍ਰਤੀਰੋਧਕ ਦੇ ਪ੍ਰਤੀਰੋਧ ਤੋਂ ਵੱਧ ਨਹੀਂ ਹੁੰਦਾ। ਤਾਂ ਇਹ ਆਪਣਾ ਲੜੀਬੱਧ ਪ੍ਰਤੀਰੋਧਕ ਸਿਸਟਮ ਹੈ। ਆਹ ਵਾਲਾ ਫਾਰਮੂਲਾ ਇਸ ਵਿੱਚ ਤੁਸੀਂ ਯਾਦ ਰੱਖ ਲੈਣਾ ਜਦੋਂ ਆਪਾਂ ਲੜੀਬੱਧ ਪ੍ਰਤੀਰੋਧਕ ਸਿਸਟਮ ਕਰਨਾ ਹੈ। ਤਾਂ ਇਹਦੀ ਜਿਹੜਾ ਆਪਾਂ ਸਿਧਾਂਤ ਲਿਖਾਂਗੇ ਉਹ ਕੀ ਹੋਵੇਗਾ ਕਿ ਕਿਸੇ ਬਿਜਲਈ ਸਰਕਟ ਵਿੱਚ ਜਦੋਂ ਪ੍ਰਤੀਰੋਧ ਲੜੀਬੱਧ ਅਵਸਥਾ ਵਿੱਚ ਲੱਗੇ ਹੁੰਦੇ ਹਨ ਤਾਂ ਉਸ ਸਰਕਟ ਦਾ ਕੁੱਲ ਪ੍ਰਤੀਰੋਧ ਵੱਖ-ਵੱਖ ਪ੍ਰਤੀਰੋਧਾਂ ਦੇ ਆਪਸੀ ਜੋੜ ਦੇ ਬਰਾਬਰ ਹੁੰਦਾ ਹੈ। ਤਾਂ ਇਹ ਲੜੀਬੱਧ ਪ੍ਰਤੀਰੋਧਕ ਸਿਸਟਮ ਹੈ। ਹੁਣ ਇਸ ਦਾ ਜਿਹੜਾ ਇਹ ਫਾਰਮੂਲਾ ਹੈ ਇਹ ਤੁਸੀਂ ਯਾਦ ਰੱਖ ਲੈਣਾ ਕਿਉਂਕਿ ਆਪਾਂ ਸਮਾਂਤਰ ਪ੍ਰਤੀਰੋਧਕ ਸਿਸਟਮ ਕਰਕੇ ਦੋਨਾਂ ਦਾ ਆਪਾਂ ਐਨਾਲਿਸਿਸ ਕਰਾਂਗੇ ਦੋਨਾਂ ਫਾਰਮੂਲਿਆਂ ਦੇ ਨਾਲ ਵੀ ਕਿਸ ਵਿੱਚ ਜਿਹੜਾ ਕੁੱਲ ਪ੍ਰਤੀਰੋਧ ਹੈ ਉਹ ਜ਼ਿਆਦਾ ਹੁੰਦਾ ਹੈ ਤੇ ਕਿਸ ਵਿੱਚ ਉਹ ਘੱਟ ਹੁੰਦਾ ਹੈ। ਤਾਂ ਹੁਣ ਮੈਂ ਇਸ ਤੋਂ ਬਾਅਦ 'ਚ ਸਮਾਂਤਰ ਪ੍ਰਤੀਰੋਧਕ ਸਿਸਟਮ ਕਰ ਰਿਹਾ। ਇਸ ਵਿੱਚ ਮੈਂ ਇਸੇ ਡਾਇਗਰਾਮ ਨੂੰ ਹੀ ਥੋੜਾ ਜਿਹਾ ਮੈਨੀਪੂਲੇਟ ਕਰਾਂਗਾ। ਸੋ ਇਸ ਦੇ ਵਿੱਚ ਆਪਾਂ ਜੋ ਆਪਣੇ ਕਿਤਾਬ ਦੇ ਵਿੱਚ ਡਾਇਗਰਾਮ ਹੈ ਉਹਦੇ ਅਨੁਸਾਰ ਹੀ ਇਸ ਡਾਇਗਰਾਮ ਨੂੰ ਆਪਾਂ ਬਣਾ ਰਹੇ ਹਾਂ। ਜਿਹੜਾ ਇਹ ਯਾਦ ਰੱਖਣਾ ਇੱਥੇ ਆਪਾਂ ਪਹਿਲਾਂ ਲੜੀਵਾਰ ਲਗਾਏ ਹੋਏ ਸੀ। ਕਰੰਟ ਦੀ ਦਿਸ਼ਾ ਉਹੀ ਹੋਵੇਗੀ ਜਿਹੜੀ ਪਹਿਲਾਂ ਸੀ। ਇੱਥੇ ਆਪਾਂ ਐਮੀਟਰ ਲਗਾ ਲਿਆ ਪॉजिटिव नेगेटिव उसे टर्मिनल ਆਪਾਂ उसी तरह दिखाते। इधरले पासे नेगेटिव इधर पॉजिटिव। ਇੱਥੇ ਆਪਾਂ ਹੁਣ ਤਿੰਨ ਪ੍ਰਤੀਰੋਧ ਇਸ ਤਰੀਕੇ ਨਾਲ ਜੋੜਾਂਗੇ ਕਿ ਉਹ ਇੱਕ ਦੂਜੇ ਦੇ ਸਮਾਂਤਰ ਆ ਜਾਣ। ਹੁਣ ਤਿੰਨ ਪ੍ਰਤੀਰੋਧ ਆਪਾਂ ਲਗਾਏ ਆ R1 R2 ਤੇ R3। ਹੁਣ ਇਹ ਆਪਣਾ ਪ੍ਰਤੀਰੋਧਕਾਂ ਦਾ ਕਿਹੜਾ ਸਿਸਟਮ ਹੈ? ਸਮਾਂਤਰ प्रतिरोधक सिस्टम।
पहला आपां लड़ीबद्ध लगाया सी। हुण इस दे विच जे करंट आई आ रहा है तो करंट जिहड़ा हैगा वो इत्थों 3 हिस्सों में वंड गया। हुण करंट लड़ीवार नहीं गा भी उस विचों लंघेगा, करंट 3 हिस्सों में वंडिया है। वंडन तो भाव है जिथे R1 है उत्थे करंट I1 है, R2 है करंट I2 है, R3 है तो करंट I3 है। हुण इहदे विच जिहड़ा आपां बेस फार्मूला मन्नांगे वो आपां करंट ते आधारित मन्नांगे। पोटैंशियल अंतर जिहड़ा हैगा वो इस विच कॉमन है। इस दे जिहड़ा सिरियां ते है पोटैंशियल अंतर वो कॉमन है। तो बेस फार्मूला है I बराबर I1 प्लस I2 प्लस I3। हुण ओम के नियम के अनुसार आप जानते हैं भी V बराबर आई आर सीगा ते आई कि बराबर होगा V बटा आर दे। इस तरह जे करंट I1 पता करना है, आपकी पहली इक्वेशन है। करंट I1 कि बराबर होगा V बटा R1 दे। करंट I2 बराबर होगा V बटा R2 दे। करंट I3 बराबर होगा V बटा R3 दे। हुण ये चारे मुल 1 2 3 4 आपां इस समीकरण दे विच भरांगे। उपरोक्त सारे मुल समीकरण 1 विच भरन ते आपां की देखते हैं, आपां नूं पता है भी I बराबर है I1 प्लस I2 प्लस I3। I दे विच आपां मुल भरांगे V बटा R। I1 च आ जाएगा V बटा R1, I2 च आ जाएगा V बटा R2, I3 च आ जाएगा V बटा R3। हुण इन्हां विचों आपां V कॉमन कर देंगे। V कॉमन कढ़ के आ गया 1 बटा R1 प्लस 1 बटा R2 प्लस 1 बटा R3। V कैंसल कर देंगे, उत्तर आ गया अपने को 1 बटा R बराबर 1 बटा R1 प्लस 1 बटा R2 प्लस 1 बटा R3। तो आ अपने को वो प्रतिरोध आ गया जदों आपां वो कुल प्रतिरोध का मुल आ गया जदों आपां वख-वख प्रतिरोध जिहड़े है समांतर अवस्था विच जोड़े हुए हैं। फिर इहदा आपां हुण सिद्धांत की लिखांगे, जदों बिजलई सर्किट विच प्रतिरोधां नूं समांतर अवस्था विच लगाया जाता है तो कुल प्रतिरोध का उल्ट इत्थे 1 बटा R है, इस करके आप इत्थे कुल प्रतिरोध का उल्ट कहांगे। ठीक है ना। हाँ, कुल प्रतिरोध का उल्ट इकल्ले इकल्ले
इकल्ले इकल्ले भाव आवले प्रतिरोधा दे उल्ट दे जोड़ दे बराबर हुंदा है। तो ये अपने को समांतर प्रतिरोधक सिस्टम दे विच कुल प्रतिरोध जिहड़ा आपां पता कीता उसका एक फार्मूला जिहड़ा अपने को ज्ञात हो गया। तो हुण आपां इन्हां चों एक न्यूमैरिकल करांगे जिस तो आपां नूं पता लग जाएगा कि किहड़ा प्रतिरोधक सिस्टम जिहड़ा हैगा वो अपने बिजलई सर्किट दे विच वधिया है। ये जिहड़ा तुहानूं मैं न्यूमैरिकल हुण करवाउण जा रहा है, तुसीं इस गल का पूरा ज्ञान रखना है कि इसनूं बहुत वधिया ढंग नाल समझिया जाए, क्योंकि 5 नंबर दे विच कदे कदाई ये न्यूमैरिकल पेपरां च आउंदा है तो पिछले कई समय लगातार आया है। तो उदाहरण के तौर पर मैं पूरी लंबी स्टेटमेंट नहीं दिंदा, सिर्फ R1 R2 ते R3 का एक निश्चित मुल दे रहे हैं। जिमें यदा 2 ओम, यदा आपां कर देंगे 3 ओम, यदा कर देंगे आपां 4 ओम। तो हुण जे अपने बिजलई सर्किट दे विच 3 प्रतिरोध लगे होण जिन्हां दा मुल जिहड़ा हैगा ओह 2 ओम, 3 ओम ते 4 ओम होवे, तां कुल प्रतिरोध पता करो कदों वह वध तो वध होवेगा ते कदों वह घट तो घट होवेगा। तां न्यूमैरिकल च आपां ये पता करना है कि अधिकतम ते न्यूनतम कुल प्रतिरोध पता करो। तो सब तो पहला आप लड़ीवार का देख रहे हैं। लड़ीवार प्रतिरोधक सिस्टम, इसका फार्मूला आपको पता है की है, R बराबर R1 प्लस R2 प्लस R3। ये फार्मूला ला के आप तिने मुल भर देंगे। R किस के बराबर आ जाएगा 2 ओम प्लस 3 ओम प्लस 4 ओम। तिना का जो आप जोड़ किया अपने को आ गया 9 ओम। हुण ये याद रखना है कि किहड़ी अवस्था च है, लड़ीवार च। हुण आपां देखांगे समांतर प्रतिरोधक सिस्टम। इसका फार्मूला 1/R बराबर 1/R1 प्लस 1/R2 प्लस 1/R3। मुल उवें पढ़ांगे आप इस विच 1/R बराबर है 1/R1 कितना सी 2, R2 3 ते R3 4, 1/2 प्लस 1/3 प्लस 1/4। तिना का आप एलसीएम लवांगे 2 3 ते 4 का 2 दूनी 4, 4 तीए 12। तो 12 अपने को एलसीएम आ गया। हुण आपां थले
12 लिख लांगे। 1/2 ਨੂੰ 12 ਨਾਲ ਗੁਣਾ ਕਰਾਂਗੇ, 2 ਛਿੱਕੀ 12 ਆ ਗਿਆ। 6 ਲਿਖਾਂਗੇ प्लस 1/3 ਨੂੰ 12 ਨਾਲ ਗੁਣਾ ਕਰਾਂਗੇ, 3 ਚੌਕੀ 12 ਤੇ 4 ਆ ਗਿਆ। प्लस 1/4 ਨੂੰ ਆਪਾਂ 12 ਨਾਲ ਗੁਣਾ ਕਰਾਂਗੇ, 4 ਤੀਏ 12, ਇੱਥੇ 3 ਆ ਗਿਆ। ਤਾਂ ਕਹਿਣ ਤੋਂ ਭਾਵ 6 4 10 ਤੇ 3 13/12। ਹੁਣ ਆਪਾਂ ਇਹਨੂੰ ਉਲਟਾ ਦਾਂਗੇ। 1/r ਬਰਾਬਰ 13/12 ਤਾਂ r/1 ਕਿਹਦੇ ਬਰਾਬਰ ਹੋਇਆ? 12/13 ਦੇ। ਜਦੋਂ ਆਪਾਂ 12 ਨੂੰ 13 ਨਾਲ ਵੰਡਾਂਗੇ, 12 ਆਇਆ, सॉरी इतने 13 है, आप 13 ਨੂੰ 12 ਨਾਲ ਵੰਡਣਾ ਹੈ, ਨਾ ਕਿ 12 ਨੂੰ 13 ਨਾਲ ਵੰਡਣਾ। ਤਾਂ 13 ਦਾਇਆ 130 ਹੁੰਦਾ ਹੈ ਤੇ 13 ਨਾਇਆ ਜਿਹੜਾ ਆਪਣਾ 117 ਹੁੰਦਾ ਹੈ। 3 ਬਚ ਗਿਆ, 0 लाता, 13 दूना 26, 4 एंड सो ऑन। अपने को आंसर आ गया 0.92 ओम। हुण ये किहड़ी अवस्था च आया अपने को? जदों प्रतिरोध समांतर अवस्था विच लगे हुए सी। तो तुसीं आप ही सोचो कि मुੱਲ प्रतिरोधां ਦਾ सेम है, पर ਜਦੋਂ ਉਹਨੂੰ ਲੜੀਵਾਰ ਲਗਾਇਆ ਤਾਂ ਮੁੱਲ ਵੱਧ ਆਇਆ, ਜਦੋਂ ਉਹਨੂੰ ਸਮਾਂਤਰ ਲਾਇਆ ਤਾਂ ਮੁੱਲ ਬਹੁਤ ਘੱਟ ਆਇਆ, ਆਲਮੋਸਟ 10 ਗੁਣਾ ਘਟ ਗਿਆ। तो बिजलई सर्किट विच इन्ना घट प्रतिरोध जे होया तो बिजलई धारा बड़ी आज़ादी नाल वहेगी। वो बिजलई धारा अपने उपकरणों का नुकसान भी कर सकती है। तो प्रतिरोधां दा ਉਹਦੇ ਵਿੱਚ होंद जरूरी है। बहुत ज़्यादा प्रतिरोध नहीं होना चाहिए, पर इन्ना कुछ होना चाहिए कि करंट की मात्रा को कंट्रोल किया जा सके। तो इसलिए बिजलई सर्किट दे विच जदों आपां लड़ीवार सिस्टम वरतते हैं तो अपनी जिहड़ी बिजली सप्लाई है वो सही रहिंदी है, जबकि समांतर दे विच प्रतिरोध बहुत घट मिलता है, आलमोस्ट नगलिजिबल 9-10 गुना घट लड़ीवार तो, जिस करके करंट बहुत आज़ादी नाल रहिंदा है। तो उस आज़ादी के करके अपने किसी भी बिजलई उपकरण नूं जे वध मात्रा विच बिजली आ गई, वध मात्रा विच बिजलई धारा आ गई तो उसका नुकसान हो सकता है। तो ये आपां न्यूमेरिकल देखा, जिस दे विच कि आपां लड़ीवार प्रतिरोधक सिस्टम ते समांतर प्रतिरोधक सिस्टम दे नाल आपां कुल प्रतिरोध का मान पता किया कि कदों वो अधिकतम सीगा, वध तो वध सी, ते कदों वो न्यूनतम सीगा, भाव घट तो घट। हुण ये न्यूमेरिकल कढ़ना कोई औखा नहीं सीगा, बहुत सौखा है, तुसीं कर भी सकते हैं, पर ये बहुत इंपॉर्टेंट है। ये याद रखो कि ये वाला जिहड़ा प्रश्न है, इस तरह के तुहानूं होर बहुत सारे न्यूमेरिकल जे आए तो उन्होंने तैयारी जरूर करनी है। तो ये अपना लड़ीवार ते समांतर प्रतिरोधक सिस्टम सीगा। तो इस तो बाद आपां जिहड़ा अगला टॉपिक है वो इसका देखांगे अगले लैक्चर में।